ਭੁਪਿੰਦਰ ਸਿੰਘ ਨੇ ਇਹ ਜੋ ਲਿਖਿਆ ਹੈ, ਇਹ ਵੈਸੇ ਹੀ ਹੈ ਜੈਸੇ ਧਾਰਮਿਕ ਲੋਕ ਕਿਸੇ ਨੂੰ ਧਰਮ ਦੇ ਵਿੱਚ ਦਾਖਲ ਕਰਨਾ ਹੋਵੇ ਤਾਂ ਉਦੋਂ ਹਦਾਇਤਾਂ ਦਿੰਦੇ ਹਨ, ਨਿਯਮ ਦਿੰਦੇ ਹਨ, ਮਰਿਆਦਾ ਦਿੰਦੇ ਹਨ। ਇਹਨਾਂ ਨਿਯਮਾਂ ਦੀ ਪਾਲਣਾ ਕਰ, ਮਰਿਆਦਾ ਦੇ ਵਿੱਚ ਰਹਿ ਤੇ ਤੂੰ ਧਾਰਮਿਕ ਹੈ। ਜਿਵੇਂ ਇਹ ਕਹਿ ਰਿਹਾ ਹੈ ਵੀ ਮੈਂ ਤੁਹਾਡੀਆਂ ਰਿਕਾਰਡਿੰਗਾਂ ਸੁਣੀਆਂ, ਉਹਨਾਂ ਵਿੱਚ ਤੁਸੀਂ ਕਿਹਾ ਬਾਹਰੋਂ ਅੰਦਰ ਨੂੰ ਆਓ। ਕਹਿੰਦਾ ਵੀ ਉਹਦਾ ਮਤਲਬ ਇਹੋ ਹੀ ਹੈ ਵੀ ਝੂਠ ਨਹੀਂ ਬੋਲਣਾ, ਕਿਸੇ ਦਾ ਬੁਰਾ ਨਹੀਂ ਕਰਨਾ, ਗੁੱਸਾ ਨਹੀਂ ਕਰਨਾ। ਜੋ ਨਿਯਮ ਦੱਸਦੇ ਹਨ ਧਾਰਮਿਕ, ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਣਾ। ਧਾਰਮਿਕ ਕਹਿੰਦੇ ਹਨ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਤਾਂ ਤੁਸੀਂ ਬੁਰਾ ਕਰਮ ਨਾ ਕਰੋਗੇ ਵੀ ਤੇ ਹਾਜ਼ਰ ਨਾਜ਼ਰ ਸਮਝੋਗੇ, ਡਰੋਗੇ ਵੀ ਗੁਰੂ ਸਾਹਮਣੇ ਕਿਉਂ ਕਰਨਾ, ਦੇਖ ਰਿਹਾ ਹੈ, ਤੇ ਡਰਦੇ ਨਾ ਕਰੋਗੇ। ਪਰ ਕਰਨ ਦੀ ਚਾਹ ਨਹੀਂ ਮਿਟਦੀ ਇਸ ਢੰਗ ਦੇ ਨਾਲ, ਕਰਮ ਨਹੀਂ ਮਿਟਦੇ ਹਨ, ਨਾ ਹੀ ਕਰਤਾ ਮਿਟਦਾ ਹੈ। ਹਰ ਧਰਮ ਦੇ ਹੀ ਲੋਕ ਇਸੇ ਢੰਗ ਦੇ ਨਾਲ, ਜਿੰਨੇ ਵੀ ਧਰਮਾਂ ਦੇ ਹਨ, ਹੁਣ ਤੇ ਗਾਂ ਸੰਪਰਦਾਵਾਂ ਵੀ ਬਹੁਤ ਬਣੀਆਂ ਹੋਈਆਂ ਹਨ ਸਾਧੂ ਮਹਾਤਮਾ ਦੀ, ਤੇ ਹਰ ਕੋਈ ਆਪਣੇ ਆਪਣੇ ਨਿਯਮ ਦਿੰਦਾ ਹੈ। ਜਦੋਂ ਕੋਈ ਵੀ ਧਰਮ ਦੇ ਵਿੱਚ ਦਾਖਲ ਹੁੰਦਾ ਹੈ, ਜਿਵੇਂ ਸਿੱਖ ਹਨ, ਅਤੇ ਸਿੱਖ ਆਪਣੇ ਢੰਗ ਦੇ ਨਿਯਮ ਦਿੰਦੇ ਹਨ। ਜਦੋਂ ਕਿਸੇ ਨੂੰ ਅੰਮ੍ਰਿਤ ਛਕਾਉਂਦੇ ਹਨ ਬਾਹਰ, ਕਹਿੰਦੇ ਹਨ ਗੁਰੂ ਵਾਲਾ ਹੋ ਗਿਆ। ਹੁਣ ਗੁਰੂ ਦੇ ਇਹ ਨਿਯਮ ਹਨ ਵੀ ਝੂਠ ਨਹੀਂ ਬੋਲਣਾ, ਕਿਸੇ ਦਾ ਹੱਕ ਨਹੀਂ ਮਾਰਨਾ, ਕੁੜੀ ਮਾਰ ਨਹੀਂ ਕਰਨੀ। ਜੋ ਵੀ ਦੱਸੇ ਗਏ ਹਨ ਵੈਸੇ ਹੀ ਉਹ ਦੱਸ ਦਿੰਦੇ ਹਨ ਵੀ ਮਾਸ ਵੀ ਹਲਾਲ ਨਹੀਂ ਖਾਣਾ, ਝਟਕੇ ਦਾ ਖਾਣਾ, ਉਹ ਵੀ ਮਰਿਆਦਾ ਹੈ ਨਾ, ਮਰਿਆਦਾ ਦੇ ਮੁਤਾਬਿਕ ਦੱਸ ਦੇਣਾ ਜੋ ਜੋ ਮਰਿਆਦਾ 'ਚ ਵੀ ਇਹ ਤੁਸੀਂ ਮਰਿਆਦਾ ਪੂਰੀਆਂ ਕੀਤੀਆਂ ਤੁਸੀਂ ਸਿੱਖ ਹੋ। ਇੱਦਾਂ ਹੀ ਹਿੰਦੂਆਂ ਦੀਆਂ ਹਨ, ਅਲੱਗ ਢੰਗ ਦੇ ਨਾਲ ਸੰਪਰਦਾਵਾਂ ਨੇ ਮਿਥੀਆਂ ਹੋਈਆਂ। ਇੱਦਾਂ ਹੀ ਜੈਨੀਆਂ ਦੀਆਂ ਹਨ, ਉਹਨਾਂ ਦੀਆਂ ਵੀ ਬਹੁਤ, ਬੌਧ ਧਰਮ ਦੀਆਂ ਮਰਿਆਦਾਵਾਂ ਬਹੁਤ ਹਨ, ਨਿਯਮ। ਉਹਨਾਂ ਨੂੰ ਪਹਿਲਾਂ ਯਾਦ ਕਰਨਾ ਹੀ ਕਠਿਨ ਹੈ, ਫਿਰ ਉਹਨਾਂ ਨਿਯਮਾਂ ਨੂੰ ਹਰ ਵਕਤ ਚੇਤੇ ਰੱਖਣਾ, ਤੇ ਨਿਯਮ ਚੇਤੇ ਨਹੀਂ ਰਹਿੰਦੇ ਹਨ। ਪਰ ਇਹ ਜੋ ਨਿਯਮ ਧਾਰਮਿਕ ਦੱਸਦੇ ਹਨ, ਇਹ ਨਿਯਮ ਕੋਈ ਪੂਰੇ ਵੀ ਕਰ ਲਵੇ ਤਾਂ ਵੀ ਸੰਸਾਰ ਤੋਂ ਬਾਹਰ ਥੋੜ੍ਹੀ ਆਉਂਦਾ ਹੈ। ਹੁਣ ਤੁਸੀਂ ਖਿਆਲ ਕਰੋ, ਐਸੇ ਧਾਰਮਿਕ ਹਨ ਬਹੁਤ ਜਿਹੜੇ ਪੂਰੇ ਨਿਯਮਬੱਧ ਤਰੀਕੇ ਦੇ ਨਾਲ ਜੀਵਨ 'ਚ ਜੀਂਦੇ ਹਨ ਸੰਸਾਰ ਦੇ ਵਿੱਚ। ਜਿਵੇਂ ਸਿੱਖ ਹਨ, ਐਸੇ ਜਿਹੜੇ ਬਿਲਕੁਲ ਨਿਯਮ ਜੋ ਮਰਿਆਦਾ ਹੈ ਵੀ ਪਾਠ ਕਰਨਾ ਜਿੰਨਾ ਦੱਸਿਆ ਹੈ, ਅਤੇ ਜੋ ਜੋ ਕਰਨ ਨੂੰ ਨਹੀਂ ਕਿਹਾ ਗਿਆ ਹੈ ਉਹ ਨਹੀਂ ਕਰਨਾ ਹੈ, ਅਤੇ ਮਨ ਆਪਣੇ ਨੂੰ ਰੋਕ ਕੇ ਰੱਖਦੇ ਹਨ। ਅਤੇ ਅਗਰ ਬਾਹਰੋਂ ਸਤਿਕਾਰ ਮਿਲ ਰਿਹਾ ਹੋਵੇ ਤਾਂ ਫਿਰ ਬੰਦਾ ਰੋਕ ਵੀ ਲੈਂਦਾ ਹੈ। ਸਾਧੂ ਮਹਾਤਮਾ ਵੀ ਇੱਦਾਂ ਹੀ ਰੋਕਦੇ ਆ ਕਿਉਂਕਿ ਸਤਿਕਾਰ ਬਾਹਰੋਂ ਮਿਲ ਰਿਹਾ ਹੈ। ਨਹੀਂ ਤਾਂ ਲੋਕ ਨਿਰਾਦਰ ਵੀ ਬਹੁਤ ਕਰਦੇ ਆ, ਕਿਸੇ ਦੀ ਮਰਿਆਦਾ ਭੰਗ ਹੋ ਜਾਵੇ ਅਤੇ ਨਿਰਾਦਰ ਤੋਂ ਡਰਦੇ ਅਪਮਾਨ ਨਾ ਹੋਵੇ, ਲੋਕ ਬੁਰਾ ਨਾ ਕਹਿਣ, ਸਤਿਕਾਰ ਪਾਉਣ ਵਾਸਤੇ ਕਈ ਮਰਿਆਦਾ ਦੇ ਵਿੱਚ ਰਹਿੰਦੇ ਆ। ਪਰ ਮਰਿਆਦਾ ਦੇ ਵਿੱਚ ਰਹਿਣ ਕਰਕੇ ਸੰਸਾਰ ਤੋਂ ਬਾਹਰ ਥੋੜ੍ਹੀ ਕੋਈ ਆਉਂਦਾ ਹੈ, ਉਹ ਵੀ ਉੱਦਾਂ ਹੀ ਦੁੱਖ ਸੁੱਖਾਂ ਦੇ ਵਿੱਚ ਪਏ ਹੋਏ ਹਨ। ਅਤੇ ਜਿਹੜਾ ਦੁੱਖਾਂ ਸੁੱਖਾਂ ਦੇ ਵਿੱਚ ਪਿਆ ਹੈ, ਮਾਨ ਅਪਮਾਨ 'ਚ ਪਿਆ ਹੈ, ਮਾਇਆ ਮਮਤਾ ਦੇ ਵਿੱਚ ਪਿਆ ਹੋਇਆ, ਤਾਂ ਸੰਸਾਰ 'ਚ ਹੀ ਹੈ ਨਾ।
ਇਸੇ ਕਾਰਨ ਹੀ ਤਾਂ ਉਸ ਸਮੇਂ ਜਿਹੜੇ ਧਰਮ ਸਨ, ਉਦੋਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ 5 ਵਕਤ ਨਮਾਜ਼ ਪੜ੍ਹਦੇ ਹੋ, ਰੋਜ਼ੇ ਵੀ ਰੱਖਦੇ ਹੋ, ਪਰ ਜੀਵਨ ਤਾਂ ਤੁਹਾਡਾ ਵੈਸਾ ਹੀ ਹੈ। ਅਤੇ ਉਸ ਸਮੇਂ ਜਿਹੜੇ ਹਿੰਦੂ ਸਨ, ਉਹਨਾਂ ਨੂੰ ਵੀ ਬਾਬੇ ਨਾਨਕ ਨੇ ਕਿਹਾ ਸੀ ਵੀ ਸਿਰਫ ਜਨੇਊ ਪਾ ਕੇ ਅਤੇ ਧਾਰਮਿਕ ਨਿਯਮ ਧਾਰਨ ਕਰਕੇ ਕੋਈ ਧਾਰਮਿਕ ਥੋੜ੍ਹੀ ਹੋ ਜਾਂਦਾ ਹੈ ਬਾਹਰ। ਨਾ ਹੀ ਔਗਣ ਮਿਟਦੇ ਹਨ ਬਾਹਰੋਂ ਨਿਯਮ ਧਾਰਨ ਕਰਕੇ, ਕਿਉਂਕਿ ਔਗਣਾਂ ਦਾ ਮੂਲ ਕਾਰਨ ਮਨ ਹੈ। ਜਿੰਨਾ ਚਿਰ ਮਨ ਨਹੀਂ ਮਿਟਦਾ ਹੈ ਨਾ, ਉਹਨਾਂ ਚਿਰ ਔਗਣ ਨਹੀਂ ਮਿਟਣਗੇ। ਅਤੇ ਬਾਬੇ ਨਾਨਕ ਨੂੰ ਵੀ ਜਦੋਂ ਬਚਪਨ ਦੇ ਵਿੱਚ ਜਨੇਊ ਪਾਉਣ ਲੱਗੇ ਸਨ, ਧਾਰਮਿਕ ਕਰਨ ਲੱਗੇ ਸਨ, ਤਾਂ ਉਹਨਾਂ ਨੇ ਕਿਹਾ ਸੀ ਵੀ ਇਹ ਬਾਹਰਲਾ ਜਨੇਊ ਕਿਉਂ ਪਾਉਂਦੇ ਹੋ, ਇਹ ਤਾਂ ਟੁੱਟ ਜਾਵੇਗਾ, ਅਤੇ ਇਹਦੇ ਪਾਉਣ ਨਾਲ ਕੀ ਹੋਵੇਗਾ। ਜਨੇਊ ਪਾਉਣਾ ਅਤੇ ਅੰਦਰਲਾ ਪਾਓ। ਅਤੇ ਅੰਦਰਲਾ ਜਨੇਊ ਕਿਵੇਂ ਬਣਦਾ ਹੈ, ਉਹਨਾਂ ਨੂੰ ਦੱਸਿਆ ਸੀ ਵੀ ਜਤ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵੱਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਕਰ। ਕਹਿੰਦਾ ਇਹ ਹੈ ਤੇ ਦੇ ਦੇ, ਪਰ ਇਹ ਤਾਂ ਪਾਂਡਿਆਂ ਕੋ ਵੀ ਨਹੀਂ ਸੀ ਹੈ, ਕਿਉਂਕਿ ਇਹ ਦੈਵੀ ਗੁਣ ਹਨ। ਉਹ ਸੱਤ ਆਵੇਗਾ, ਝੂਠ ਵੱਲੋਂ ਧਿਆਨ ਹਟੇਗਾ ਅਤੇ ਸੱਤ ਆਵੇਗਾ, ਸੱਤ ਆਵੇਗਾ ਅਤੇ ਜਤ ਆਵੇਗਾ। ਫਿਰ ਸੰਤੁਸ਼ਟੀ ਹੋਵੇਗੀ, ਸੰਸਾਰ ਵੱਲੋਂ ਤ੍ਰਿਪਤੀ ਹੋਵੇਗੀ, ਤਾਂ ਸੱਤ ਆਵੇਗਾ। ਅਗਰ ਸੰਸਾਰ ਦੀ ਕੋਈ ਚਾਹਤ ਹੈ ਤਾਂ ਸੱਤ ਵੱਲ ਤਾਂ ਆ ਹੀ ਨਹੀਂ ਸਕਦਾ। ਅਤੇ ਇਹ ਜਨੇਊ ਜਿਹੜਾ ਬਾਬੇ ਨਾਨਕ ਨੇ ਕਿਹਾ, ਇਹ ਬਾਹਰੋਂ ਥੋੜ੍ਹੀ ਕੋਈ ਪਾ ਸਕਦਾ। ਅਤੇ ਅਜੋਕੇ ਸਮੇਂ 'ਚ ਵੀ ਸਿੱਖ ਜਿਹੜਾ ਪਾ ਰਹੇ ਹਨ ਧਾਰਮਿਕ ਚਿੰਨ੍ਹ, ਉਹ ਵੀ ਬਾਹਰਲੇ ਹੀ ਹਨ। ਅਤੇ ਇਵੇਂ ਹੀ ਹਰ ਧਰਮ ਦੇ ਵਿੱਚ, ਹਰ ਸੰਪਰਦਾ ਦੇ ਵਿੱਚ ਬਾਹਰੋਂ ਧਾਰਮਿਕ ਬਣਾਇਆ ਜਾਂਦਾ। ਕੋਈ ਪਹਿਰਾਵਾ ਪਾ ਦਿੰਦਾ ਹੈ, ਨਿਯਮ ਦੇ ਦਿੰਦਾ ਹੈ, ਤਾਂ ਉਹ ਨਿਯਮ ਲੋਕ ਪੂਰੇ ਕਰਦੇ ਆ, ਤਾਂ ਉਹਨਾਂ ਦੁਆਰਾ ਧਿਆਨ ਥੋੜ੍ਹੀ ਹਟਦਾ। ਧਿਆਨ 'ਤੇ ਲਾਉਣ ਵਾਲੇ ਕਹਿੰਦੇ ਹਨ ਲਾਓ ਤਾਂ ਨਹੀਂ ਲੱਗਦਾ। ਹੁਣ ਇਹ ਦੇਖੋ ਤੁਸੀਂ, ਇਹ ਜੋ ਭੁਪਿੰਦਰ ਸਿੰਘ ਹੈ, ਇਹਨੂੰ ਬਹੁਤ ਸਮਾਂ ਹੋ ਗਿਆ ਧਿਆਨ ਕਰਦੇ ਨੂੰ, ਤੈਨੂੰ ਅਜੇ ਇਹ ਹੀ ਨਹੀਂ ਪਤਾ ਲੱਗਾ ਹੈ ਵੀ ਬਾਹਰੋਂ ਅੰਦਰ ਕਿਵੇਂ ਆਉਣਾ ਹੈ। ਤੁਸੀਂ ਆਪ ਖਿਆਲ ਕਰੋ, ਤਾਂ ਇੱਦਾਂ ਦੇ ਧਿਆਨ ਕਰਨ ਵਾਲੇ ਪਤਾ ਨਹੀਂ ਕਿੰਨੇ ਕੁ, ਤਾਂ ਉਹਨਾਂ ਨੂੰ ਦੱਸਿਆ ਹੀ ਨਹੀਂ ਜਾਂਦਾ ਹੈ ਵੀ ਧਿਆਨ ਕਰਨਾ ਕਾਹਦੇ ਵਾਸਤੇ ਹੈ, ਵੀ ਬਾਹਰੋਂ ਧਿਆਨ ਹਟਾਉਣ ਵਾਸਤੇ ਹੀ ਧਿਆਨ ਕਰਨਾ ਹੈ ਨਾ। ਹੁਣ ਜਦੋਂ ਕੋਈ ਧਿਆਨ ਕਰਨ ਵਾਸਤੇ ਤੁਹਾਨੂੰ ਕਹਿੰਦਾ ਹੈ, ਖਿਆਲ ਕਰੋ, ਕਿਸੇ ਨੇ ਕਿਹਾ ਵੀ ਸਵਾਸਾਂ 'ਤੇ ਧਿਆਨ ਲਾਓ, ਜਿਵੇਂ ਪਸਨਾ ਵਾਲੇ ਕਹਿ ਦਿੰਦੇ ਹਨ, ਜਾਂ ਸਰੀਰ 'ਤੇ ਕਹਿ ਦਿੰਦੇ ਹਨ, ਜਾਂ ਜੋਗੀ ਲੋਕ ਕਹਿ ਦਿੰਦੇ ਚੱਕਰਾਂ 'ਤੇ ਧਿਆਨ ਲਾਓ, ਜਾਂ ਕਈ ਕਹਿੰਦੇ ਹਨ ਸਿਮਰਨ ਕਰੋ, ਕਿਸੇ ਸ਼ਬਦ ਦਾ ਧਿਆਨ ਕਰੋ, ਅੰਦਰ ਚਿੰਤਨ ਕਰਦੇ ਹੋਏ ਖਿਆਲ ਰੱਖੋ। ਬਹੁਤ ਵਿਧੀਆਂ ਹਨ ਧਿਆਨ ਦੀਆਂ, ਸਿਮਰਨ ਦੀਆਂ। ਤੋਂ ਜਦੋਂ ਕਰਾਉਂਦੇ ਹਨ ਅਤੇ ਇਹੋ ਹੀ ਕਹਿੰਦੇ ਹਨ ਵੀ ਧਿਆਨ ਲਾਓ ਸ਼ਬਦ 'ਤੇ, ਪਰ ਹਟਾਉਣ ਵਾਸਤੇ ਨਹੀਂ ਕੋਈ ਵੀ ਕਹਿੰਦਾ। ਇਸ ਕਰਕੇ ਹਟਾਉਣ ਦੀ ਗੱਲ ਤੁਹਾਨੂੰ ਨਵੀਂ ਲੱਗਦੀ ਹੈ, ਕਿਸੇ ਦੇ ਪਕੜ 'ਚ ਨਹੀਂ ਆਉਂਦੀ, ਖਿਆਲ ਵਿੱਚ ਵੀ ਨਹੀਂ ਆਉਂਦੀ। ਧਿਆਨ ਲਾਉਣ ਵਾਸਤੇ ਸਭ ਕਹਿੰਦੇ ਹਨ ਸਿਮਰਨ ਕਰੋ, ਧਿਆਨ ਲਾਓ, ਨਾਮ ਜਪੋ, ਪਾਠ ਕਰੋ, ਕਰਨ ਵਾਸਤੇ, ਛੱਡਣ ਵਾਸਤੇ ਨਹੀਂ। ਅਤੇ ਜਦੋਂ ਮੈਂ ਛੱਡਣ ਵਾਸਤੇ ਕਹਿੰਦਾ ਹੈ, ਤੁਹਾਡੇ ਖਿਆਲ ਵਿੱਚ ਗੱਲ ਆਉਂਦੀ ਨਹੀਂ ਹੈ, ਕਿਉਂਕਿ ਤੁਸੀਂ ਸੁਣੀ ਨਹੀਂ ਕਦੀ। ਅਤੇ ਮੈਂ ਕਹਿੰਦਾ ਹਾਂ ਵੀ ਜਿੰਨਾ ਚਿਰ ਤੁਸੀਂ ਬਾਹਰੋਂ ਧਿਆਨ ਹਟਾਉਣ ਨੂੰ ਤਿਆਰ ਨਾ ਹੋਵੋਗੇ ਅਤੇ ਅੰਦਰ ਲੱਗੇਗਾ ਕਿਵੇਂ। ਲੱਗ ਨਹੀਂ ਰਿਹਾ ਹੈ, ਲੱਗ ਸਕਦਾ ਨਹੀਂ ਤਾਂ ਦੁਬਿਧਾ 'ਚ ਪਏ ਰਹੋਗੇ। ਅੰਦਰਲੀ ਧੁਨ ਵੀ ਚੱਲਦੀ ਰਹੇਗੀ ਅਤੇ ਬਾਹਰਲੀ ਸੰਸਾਰ ਦੀ ਧੁਨ ਵੀ ਚੱਲਦੀ ਰਹੇਗੀ। ਇੱਦਾਂ ਦੇ ਚੱਕਰਾਂ 'ਚ ਪਏ ਧਾਰਮਿਕ ਲੋਕ। ਅਤੇ ਮੈਂ ਕਹਿੰਦਾ ਹਾਂ ਧਿਆਨ ਹਟਾਓ, ਉਹਦਾ ਭਾਵ ਇਹ ਹੁੰਦਾ ਹੈ ਵੀ ਧਿਆਨ ਤੁਹਾਡਾ ਜਾ ਰਿਹਾ ਹੈ ਬਾਹਰ ਸੰਸਾਰ ਦੇ ਵਿੱਚ ਕੋਈ ਇੱਛਾ ਚਾਹਤ ਕਰਕੇ। ਫਿਰ ਧਿਆਨ ਉੱਥੇ ਜਾਂਦਾ ਹੈ ਵਾਰ-ਵਾਰ ਜਿਹਦੀ ਤੁਸੀਂ ਜ਼ਿਆਦਾ ਵਿਚਾਰ ਕਰਦੇ ਹੋ, ਸੋਚਦੇ ਹੋ, ਜਿਹਦੇ ਪੱਖ ਵੱਲ। ਅਤੇ ਜਿਹਦੇ ਪੱਖ ਵਿੱਚ ਸੋਚਦੇ ਹੋ, ਉਹਦਾ ਹੀ ਧਿਆਨ ਤੁਹਾਡਾ ਗਹਿਰਾ ਹੁੰਦਾ ਰਹਿੰਦਾ ਹੈ ਸੰਸਾਰ ਦਾ।
तो उस पक्ष ਵਿੱਚ ਵਾਰ-ਵਾਰ ਜਾਵੇਗਾ। ਉਹਨੂੰ ਹੀ ਮੋਹ ਕਹਿੰਦੇ ਆ। ਮੋਹ ਦਾ ਮਤਲਬ ਹੈ ਵੀ ਬਹੁਤ ਵਾਰਾ ਤੁਸੀਂ ਕਿਸੇ ਪ੍ਰਾਣੀ ਬਾਰੇ ਸੋਚ ਲਿਆ, ਆਪਣਾ ਸਮਝ ਲਿਆ ਅਤੇ ਜ਼ਿਆਦਾ ਚਿੰਤਨ ਕਰ ਲਿਆ, ਉਹਦੇ ਨਾਲ ਲਗਾਵ ਹੋ ਗਿਆ। ਚਿੰਤਨ ਕਰਕੇ ਹੋਇਆ ਨਾ, ਸੋਚ ਕੇ ਹੋਇਆ। ਅਤੇ ਮੈਂ ਕਹਿੰਦਾ ਸੋਚਣਾ ਛੱਡੋ, ਆਪਣਾ ਪਰਾਇਆ ਤੇ ਕੋਈ ਨਹੀਂ। ਪਰ ਇਹ ਕੰਮ ਕਰਨਾ ਔਖਾ ਹੈ ਵੀ ਸੋਚ ਵਿਚਾਰ ਨਾ ਕਰੋਗੇ ਤੁਸੀਂ, ਧਿਆਨ ਉੱਧਰ ਜਾਵੇਗਾ ਹੀ ਨਹੀਂ। ਸੋਚਣ ਵਿਚਾਰਨ ਕਰਕੇ ਜਾ ਰਿਹਾ ਹੈ ਨਾ, ਇਹ ਕਰਨਾ ਔਖਾ ਹੈ। ਖਿਆਲ ਵਿੱਚ ਰੱਖੋ, ਇਹ ਬਾਹਰੀ ਨਿਯਮ ਪਗਾ ਲੈਣੇ, ਨਿਯਮਬੱਧ ਤਰੀਕੇ ਦੇ ਨਾਲ ਮਰਿਆਦਾ ਦੇ ਵਿੱਚ ਰਹਿ ਲੈਣਾ, ਬਾਹਰੀ ਜੋ ਦੱਸਦੇ ਆ, ਇਹ ਸਿਖਾਲਾ ਹੈ। ਹਾਲੇ ਖਿਆਲ ਵਿੱਚ ਰੱਖੋ, ਕਿਉਂਕਿ ਸੰਸਾਰ ਨਾਲੋਂ ਟੁੱਟਣਾ ਨਹੀਂ ਪੈਂਦਾ ਹੈ। ਆਦਮੀ ਉੱਦਾਂ ਹੀ ਸਾਰੇ ਕੰਮ ਵੀ ਕਰਦਾ ਰਹਿੰਦਾ ਹੈ, ਆਮ ਸੰਸਾਰੀ ਵੱਲੋਂ ਵਾਂਗੂ ਧਾਰਮਿਕ ਵੀ ਉੱਦਾਂ ਹੀ ਉਲਝਿਆ ਰਹਿੰਦਾ ਹੈ। ਤੁਹਾਨੂੰ ਫਰਕ ਨਹੀਂ ਬਹੁਤਾ ਪੈਂਦਾ ਹੈ। ਕਈ ਰੱਖ ਲੈਂਦੇ ਹਨ ਨਿਯਮ, ਪਗਾ ਵੀ ਲੈਂਦੇ, ਪਰ ਸੰਸਾਰ ਨਾਲੋਂ ਸੁਰਤ ਥੋੜ੍ਹੀ ਟੁੱਟ ਰਹੀ। ਫਿਰ ਜਦੋਂ ਬਾਬੇ ਨਾਨਕ ਨੇ ਜਨੇਊ ਪਾਇਆ ਹੋਵੇਗਾ ਬਾਬੇ ਲਹਿਣੇ ਦੇ ਗਲ, ਤਾਂ ਉਦੋਂ ਇਹ ਬਾਹਰਲਾ ਥੋੜ੍ਹੀ ਪਾਇਆ ਹੋਵੇਗਾ। ਬਾਹਰੋਂ ਥੋੜ੍ਹੀ ਉਹਨੂੰ ਕਿਹਾ ਹੋਵੇਗਾ ਵੀ ਆਹ ਕੰਮ ਕਰੇਂਗਾ ਤਾਂ ਤੂੰ ਮੇਰਾ ਸਿੱਖ ਹੋਗੇ। ਖਿਆਲ ਵਿੱਚ ਰੱਖੋ, ਬਾਹਰੋਂ ਉਹਨੂੰ ਮਿਟਾਇਆ ਸੀ। ਅਤੇ ਜਦੋਂ ਕੋਈ ਗੁਰੂ ਕੋਲ ਆਉਂਦਾ ਹੈ, ਇਸੇ ਕਾਰਨ ਹੀ ਤਾਂ ਗੁਰੂ ਕਹਿੰਦਾ ਹੈ ਵੀ ਮਿਟਣ ਨੂੰ ਤਿਆਰ ਹੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡਿਆਸ, ਹੋ ਸਬਨ ਕੀ ਰੇਣ ਕਾ ਤਾਂ ਆਓ ਹਮਾਰੇ ਪਾਸ। ਇਹ ਹਰ ਗੁਰੂ ਕਹਿੰਦਾ ਹੈ, ਕਿਉਂਕਿ ਅਗਰ ਤੁਸੀਂ ਮਿਟਣ ਨੂੰ ਤਿਆਰ ਹੋ, ਮਿਟਣਾ ਹੀ ਹੈ। ਸੰਸਾਰ ਦਾ ਚਿੰਤਨ ਛੱਡਣਾ, ਸੰਸਾਰ ਵੱਲੋਂ ਸੋਚਣਾ ਛੱਡਣਾ, ਮਿਟਣਾ ਹੀ ਹੈ ਸੰਸਾਰ ਵੱਲੋਂ। ਖਿਆਲ ਵਿੱਚ ਰੱਖੋ, ਧਿਆਨ ਦਾ ਹਟਾਉਣਾ ਕਹਿ ਲਓ। ਫਿਰ ਧਿਆਨ ਕਰ ਕਰਕੇ ਵੀ ਜਿਨ੍ਹਾਂ ਨੇ ਪਾਇਆ ਹੈ, ਸਿਮਰਨ ਕਰਕੇ, ਚਿੰਤਨ ਕਰਕੇ, ਉਹਨਾਂ ਨੇ ਵੀ ਧਿਆਨ ਹਟਾਉਣ ਵਾਸਤੇ ਹੀ ਕੀਤਾ ਹੈ। ਅਤੇ ਉਹਨਾਂ ਦਾ ਧਿਆਨ ਬਾਹਰੋਂ ਹਟ ਹੀ ਗਿਆ ਸੀ, ਅਤੇ ਤਾਂ ਹੀ ਮਨ ਦੌੜਨ ਨੂੰ ਹਟਦਾ ਹੈ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ, ਭੋਰੇ ਤੋਂ ਬਾਹਰ ਆਣ ਕੇ ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਬਿਸਰਾ। ਵੀ ਹੁਣ ਦੌੜਦਾ ਨਹੀਂ, ਅਤੇ ਦੌੜਦਾ ਤਾਂ ਸੰਸਾਰ ਵਿੱਚ ਹੀ ਹੈ ਨਾ, ਸੰਸਾਰ ਦੀ ਵਿਚਾਰਧਾਰਾ 'ਚ। ਅਤੇ ਜਦੋਂ ਵਿਚਾਰਧਾਰਾ ਹੀ ਨਾ ਰਹੀ ਤਾਂ ਫਿਰ ਲਗਾਵ ਨਹੀਂ ਨਾ ਰਹਿ ਜਾਂਦਾ, ਫਿਰ ਆਪਣੇ ਪਰਾਏ ਦਾ ਭੇਦ ਵੀ ਨਹੀਂ ਰਹਿ ਜਾਂਦਾ। ਇਸ ਕਰਕੇ ਵਿਚਾਰ ਨਹੀਂ, ਨਾ ਬੁਰਾ ਭਲਾ ਰਹਿੰਦਾ। ਫਿਰ ਦੈਵੀ ਗੁਣ ਆਪਣੇ ਆਪ ਹੀ ਆ ਜਾਂਦੇ ਹਨ। ਉੱਦਾਂ ਥੋੜ੍ਹੀ ਆਉਂਦੇ ਹਨ ਜ਼ਬਰਦਸਤੀ ਦੈਵੀ ਗੁਣ ਕੋਈ ਅੰਦਰ ਧਾਰਨ ਕਰ ਲਊਗਾ ਵੀ ਮੈਂ ਸੱਤ ਸੰਤੋਖ ਧਾਰਨ ਕਰ ਲਊਂਗਾ। ਨਹੀਂ, ਇੱਦਾਂ ਨਹੀਂ ਆਉਂਦੇ। ਕਿਉਂਕਿ ਜਿੰਨਾ ਚਿਰ ਮਨ ਹੈ ਨਾ, ਉਨਾ ਚਿਰ ਔਗਣ ਜਾਰੀ ਰਹਿਣਗੇ, ਕਿਉਂਕਿ ਮਨ ਹੀ ਔਗਣਾਂ ਦਾ ਘਰ ਹੈ। ਮਨ ਝੂਠ ਦੇ ਨਾਲ ਜੁੜ ਰਿਹਾ ਹੈ, ਅਤੇ ਝੂਠ ਤੋਂ ਔਗਣ ਪੈਦਾ ਹੋ ਰਹੇ ਆ। ਅਤੇ ਕਿਹਾ ਵੀ ਹੈ ਨਾ, ਜਗ ਰਚਨਾ ਸਭ ਝੂਠ ਹੈ। ਜੋ ਦਿਖ ਰਿਹਾ ਹੈ ਝੂਠ ਹੈ, ਵਾਸਤਵਿਕ ਨਹੀਂ ਹੈ, ਮਿਟ ਰਿਹਾ ਹੈ, ਇਹ ਟਿਕਿਆ ਹੋਇਆ ਨਹੀਂ। ਅਤੇ ਜਿਹੜਾ ਮਿਟ ਰਿਹਾ ਹੈ, ਤੁਸੀਂ ਉਹਦੇ ਨਾਲ ਸੁਰਤ ਜੋੜਦੇ ਹੋ, ਇਸ ਕਰਕੇ ਤੁਸੀਂ ਦੁਖੀ ਹੁੰਦੇ ਹੋ। ਜਿਹੜੀ ਮਿਟ ਰਹੀ ਹੈ ਚੀਜ਼, ਉਹਦੇ ਨਾਲ ਤੁਸੀਂ ਸੁਰਤ ਜੋੜ ਰਹੇ, ਤਾਂ ਉਹ ਮਿਟ ਹੀ ਰਹੀ ਹੈ। ਅਤੇ ਕਿਸੇ ਦਿਨ ਟੋਟਲ ਵੀ ਮਿਟ ਜਾਣੀ ਹੈ, ਅਤੇ ਤੁਹਾਡੀ ਸੁਰਤ ਜੁੜੀ ਰਹਿ ਜਾਣੀ ਹੈ, ਅਤੇ ਤੁਸੀਂ ਫਿਰ ਤੜਫਣਾ ਹੈ। ਅਤੇ ਜੋ ਮਿਟ ਰਿਹਾ ਹੈ, ਜੋ ਕੂੜ ਹੈ, ਝੂਠ ਹੈ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਕੂੜ ਕੂੜੇ ਨੇਹੋਂ ਲੱਗਾ ਵਿਸਰਿਆ ਕਰਤਾ। ਕੂੜ ਦਾ ਕੂੜ ਦੇ ਨਾਲ, ਝੂਠ ਦਾ ਝੂਠ ਦੇ ਨਾਲ ਨੇਹੋਂ ਲੱਗ ਗਈ। ਕਿਉਂਕਿ ਤੁਸੀਂ ਝੂਠ ਦਾ ਚਿੰਤਨ ਕਰ ਰਹੇ ਹੋ, ਇਸ ਕਰਕੇ ਤੁਸੀਂ ਵੀ ਝੂਠ ਹੋਗੇ ਨਾ। ਜਿਹਦਾ ਚਿੰਤਨ ਕਰੋਗੇ ਵੈਸੇ ਹੀ ਹੋ ਜਾਓਗੇ ਨਾ। ਕਹਿੰਦੇ ਨਾ ਜੈਸਾ ਸੇਵੇ ਤੈਸੋ। ਉਹ ਸੰਸਾਰ ਦਾ ਚਿੰਤਨ ਕਰਦੇ ਰਹੇ, ਸੋਚ ਰਹੇ ਤਾਂ ਝੂਠ ਹੀ ਹੋਗੇ। ਇਸ ਕਰਕੇ ਤੁਸੀਂ ਵੀ ਬਹਿ ਰਹੇ ਹੋ ਨਾਲ ਹੀ ਸੰਸਾਰ। ਪਰ ਜਿਹੜਾ ਪਿੱਛੇ ਥਿਰ ਹੈ ਉਹਦੇ ਨਾਲ ਜੁੜਨਾ ਸੀ, ਤੁਸੀਂ ਬਹਿਣ ਵਾਲੀ ਚੀਜ਼ ਦੇ ਨਾਲ ਜੁੜ ਰਹੇ ਹੋ। ਤਾਂ ਉੱਧਰੋਂ ਸੁਰਤ ਹਟਾਉਣੀ ਹੈ। ਜੋ ਦ੍ਰਿਸ਼ਟਮਾਨ ਹੈ ਸਗਲ ਮਥੇ ਨਾ, ਜੋ ਵੀ ਦਿਖ ਰਿਹਾ ਹੈ, ਪਰ ਇੱਧਰੋਂ ਹਟਾਉਣੀ ਔਖੀ ਹੈ। ਧਿਆਨ ਦਾ ਵਾਸਤਵਿਕ ਅਰਥ ਇਹੋ ਹੀ ਹੈ।
ਫਿਰ ਧਿਆਨ ਨੂੰ ਹਟਾਉਣ ਵਾਸਤੇ ਕਿਸੇ ਸ਼ਬਦ ਦਾ ਸਹਾਰਾ ਲੈਣਾ ਜਾਂ ਗੁਰੂ ਉਪਦੇਸ਼ ਦਾ। ਗੁਰੂ ਉਪਦੇਸ਼ ਨੂੰ ਖਿਆਲ ਵਿੱਚ ਰੱਖਣਾ, ਉਹਨੂੰ ਹੀ ਕਿਹਾ ਹੈ ਗੁਰੂ ਮੰਤਰ ਨੂੰ ਦ੍ਰਿੜ ਕਰਨਾ। ਜਿਹੜਾ ਗੁਰੂ ਮੰਤਰ ਦਿੱਤਾ ਜਾਂਦਾ ਹੈ ਨਾ, ਉਹਦਾ ਅਰਥ ਇਹੋ ਹੀ ਹੁੰਦਾ ਹੈ ਵੀ ਗੁਰੂ ਦੇ ਉਪਦੇਸ਼ ਨੂੰ ਦ੍ਰਿੜ ਕਰਨਾ, ਵੀ ਜਿਹੜੀ ਗੱਲ ਗੁਰੂ ਕਹਿ ਰਿਹਾ ਹੈ ਵੀ ਸੰਸਾਰ ਮਿਥਿਆ ਹੈ, ਇਹਦੇ ਨਾਲ ਨਹੀਂ ਜੁੜਨਾ ਹੈ, ਇਹ ਝੂਠ ਹੈ, ਬਹੁਤਾ ਇਹਦੇ ਵੱਲ ਨਹੀਂ ਸੋਚਣਾ ਹੈ। ਅਤੇ ਜਿਹੜਾ ਖਿਆਲ ਵਿੱਚ ਰੱਖੇਗਾ ਉਹ ਜ਼ਿਆਦਾ ਨਹੀਂ ਸੋਚੇਗਾ, ਅਤੇ ਜਿਹੜਾ ਕੰਮ ਜ਼ਿਆਦਾ ਸੋਚਣ ਵਿਚਾਰਨ ਵਾਲਾ ਹੋਵੇਗਾ ਉਹਦੇ ਤੋਂ ਬਚੇਗਾ। ਵੀ ਮੈਂ ਜਿੰਨਾ ਸੋਚੂਗਾ ਓਨਾ ਫਸੂੰਗਾ ਸੰਸਾਰ ਵਿੱਚ, ਅਤੇ ਇਸ ਕਾਰਨ ਉਹ ਸੁਚੇਤ ਰਹੇਗਾ। ਗੁਰੂ ਦੀ ਗੱਲ ਅਗਰ ਖਿਆਲ ਵਿੱਚ ਰਹੇਗੀ ਤਾਂ ਉਹਨੂੰ ਹੀ ਕਿਹਾ ਹੈ ਗੁਰੂ ਮੰਤਰ ਦ੍ਰਿੜ ਕਰਨਾ। ਜਿਵੇਂ ਪਿੱਛੇ ਜਿਹੇ ਵੀ ਇੱਕ ਗੁਰਮੁਖ ਪਿਆਰੇ ਨੇ ਕਿਹਾ ਸੀ ਵੀ ਤੁਹਾਡੀਆਂ ਗੱਲਾਂ ਕਈ ਵਾਰ ਖਿਆਲ ਵਿੱਚ ਆ ਜਾਂਦੀਆਂ ਹਨ, ਜਦੋਂ ਕੋਈ ਕੰਮ ਕਰਨ ਲੱਗੀਦਾ ਫਿਰ ਹਟ ਜਾਈਦਾ ਵੀ ਕਾਹਨੂੰ ਚੱਕਰਾਂ 'ਚ ਪੈਣਾ ਹੈ ਲੰਮੇ ਚੌੜੇ, ਵੀ ਰੋਜੀ ਰੋਟੀ ਬੜੀ ਵਧੀਆ ਚੱਲ ਰਹੀ ਹੈ, ਠੀਕ ਹੀ, ਵੀ ਜ਼ਿਆਦਾ ਉਲਝ 'ਚ ਪਵਾਂਗੇ, ਜ਼ਿਆਦਾ ਵਿਚਾਰਾਂ 'ਚ ਮਨ ਜਾਵੇਗਾ, ਜ਼ਿਆਦਾ ਫਸੇਗਾ। ਅਤੇ ਗੁਰੂ ਦਾ ਸ਼ਬਦ ਜਿਹੜਾ ਹੈ, ਉਪਦੇਸ਼ ਹੈ, ਉਹ ਬਚਾਉਂਦਾ ਹੈ ਸੰਸਾਰ ਤੋਂ, ਨਰਕਾਂ 'ਚੋਂ ਬਚਾਉਂਦਾ ਹੈ ਕਹਿ ਲਓ। ਜਿੰਨਾ ਸੰਸਾਰ ਦੇ ਨਾਲ ਜੁੜੇ ਉਹਨਾਂ ਨਰਕਾਂ 'ਚ ਜਾਓਗੇ, ਭਾਵ ਕਿ ਦੁੱਖ ਭੋਗੋਗੇ। ਅਤੇ ਗੁਰੂ ਦਾ ਉਪਦੇਸ਼ ਨਰਕਾਂ 'ਚੋਂ ਕੱਢਦਾ ਹੈ, ਉਹਦਾ ਭਾਵ ਹੈ ਵੀ ਸੰਸਾਰ ਵੱਲੋਂ ਹਟਾਉਂਦਾ ਹੈ, ਉਹ ਸੁਚੇਤ ਕਰਾਉਂਦਾ ਹੈ ਹਰ ਵਕਤ। ਅਗਰ ਖਿਆਲ ਵਿੱਚ ਰੱਖੋਗੇ, ਇਸੇ ਕਰਕੇ ਕਿਹਾ ਹੈ ਮੈਂ ਵਾਰ-ਵਾਰ ਸੁਣੀ ਜਾਊ, ਤੁਹਾਡੇ ਖਿਆਲ ਵਿੱਚ ਬਣਿਆ ਰਹੇਗਾ, ਕਿਉਂਕਿ ਇਹ ਵਾਰ-ਵਾਰ ਕਿਹਾ ਜਾ ਰਿਹਾ ਹੈ ਵੀ ਸੰਸਾਰ ਮਿਥਿਆ ਹੈ, ਝੂਠ ਹੈ, ਅਸੱਤ ਹੈ, ਇਹਦੇ ਨਾਲ ਨਾ ਜੁੜੋ। ਅਤੇ ਇਹਦੇ ਵੱਲੋਂ ਧਿਆਨ ਹਟਾ ਕੇ ਅੰਦਰ ਵੱਲ ਲੈ ਕੇ ਆਉਣਾ ਹੈ। ਫਿਰ ਅੰਦਰ ਬਾਹਰ ਤੁਸੀਂ ਜ਼ਬਰਦਸਤੀ ਲਿਆਓਗੇ ਨਹੀਂ ਆਵੇਗਾ। ਅਗਰ ਤੁਸੀਂ ਹਟਾਓਗੇ ਇੱਦਾਂ ਧੀਰੇ ਧੀਰੇ ਖਿਆਲ ਵਿੱਚ ਰੱਖੋਗੇ, ਧੀਰੇ ਧੀਰੇ ਆਪਣੇ ਆਪ ਹੀ ਅੰਦਰ ਨੂੰ ਆਉਂਦਾ ਜਾਵੇਗਾ ਖਿਆਲ, ਤੁਹਾਡਾ ਧਿਆਨ, ਅਤੇ ਤੁਸੀਂ ਆਪਣੇ ਆਪ ਹੀ ਥਿਰ ਹੁੰਦੇ ਜਾਓਗੇ, ਆਪਣੇ ਆਪ ਹੀ ਥੋੜ੍ਹਾ ਥੋੜ੍ਹਾ ਸ਼ਾਂਤ ਹੁੰਦੇ ਜਾਓਗੇ।